ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਅਕਸਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਹੀ ਰਹਿਣਾ, ਇਤਿਹਾਸ ਦੇ ਬਾਰੇ, ਸਿੱਖ ਤਾਰੀਖ ਦੇ ਬਾਰੇ, ਸਿੱਖ ਫਲਸਫੇ ਦੇ ਬਾਰੇ, ਜਾਂ ਸਿੱਖ ਇਤਿਹਾਸ ਦੇ ਵਿੱਚ ਅਤੀਤ ਦੇ ਵਿੱਚ ਜਾਂ ਵਰਤਮਾਨ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਦੇ ਬਾਰੇ। ਪਰ ਜਿਸ ਮੁੱਦੇ ਨੂੰ ਲੈ ਕੇ ਅੱਜ ਮੈਂ ਤੁਹਾਨੂੰ ਮੁਖਾਤਿਬ ਹੋ ਰਿਹਾ ਹਾਂ, ਉਹਦੇ ਵਿੱਚ ਕੁਝ ਤੱਥਾਂ ਨੂੰ ਬਹੁਤ ਹੀ ਅਹਿਮੀਅਤ ਦੇ ਨਾਲ, ਸੰਜੀਦਗੀ ਦੇ ਨਾਲ ਜਾਂ ਤੀਖਣ ਬੁੱਧੀ ਦੇ ਨਾਲ ਸਮਝਣ ਦੀ ਲੋੜ ਹੈ। ਉਹਦੇ ਵਿੱਚ ਹੈ ਕਿ ਇੱਕ ਆਮ ਸੋਸ਼ਲ ਮੀਡੀਆ ਦੇ ਵਿੱਚ ਇੱਕ ਇੰਟਰਵਿਊ ਘੁੰਮ ਰਹੀ ਹੈ ਬਲਵਿੰਦਰ ਸਿੰਘ ਤਲਵਾੜਾ ਹੋਣਾ ਦੀ, ਤੇ ਉੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਇੱਕ ਪੰਥਕ ਨੇ ਪਟਿਆਲੇ ਦੇ SSP ਨੂੰ ਦੀਪ ਦੀ ਲੋਕੇਸ਼ਨ ਜਿਹੜੀ ਆ ਉਹ ਭੇਜੀ ਸੀ। ਸੋ ਇਹ ਕੋਈ ਐਵੇਂ ਜਿਹਾ ਮੁੱਦਾ ਨਹੀਂ ਹੈ ਜਾਂ ਕੋਈ ਹਵਾ 'ਚ ਛੱਡੀ ਗੱਲ ਨਹੀਂ ਹੈ ਕਿ ਜਿਹਦੇ ਬਾਰੇ ਗੰਭੀਰ ਚਰਚਾ ਨਾ ਕੀਤੀ ਜਾ ਸਕੇ। ਇਹ ਬਹੁਤ ਹੀ ਗੰਭੀਰ ਮਸਲਾ ਹੈ, ਪਰ ਇਹ ਸਾਰੇ ਵਰਤਾਰੇ ਨੂੰ ਤੁਸੀਂ ਉਦੋਂ ਤੱਕ ਨਹੀਂ ਸਮਝ ਸਕੋਗੇ ਜਿੰਨਾ ਚਿਰ ਤੱਕ ਇਹਦੇ ਜਿਹੜੀ ਕਹਿ ਸਕਦੇ ਹੋ ਕਿ ਜੋ ਤੁਹਾਨੂੰ ਦਿਸ ਰਿਹਾ ਹੈ ਉਹਦੇ ਪਿਛੋਕੜ ਦੇ ਵਿੱਚ ਜਿਹੜੀ ਪੱਤਰਕਾਰਤਾ ਦੀ ਮਾਨਸਿਕਤਾ ਪਈ ਹੈ ਉਸ ਨੂੰ ਸਮਝਣ ਦੀ ਲੋੜ ਹੈ। ਜੇਕਰ ਮੈਂ ਇੱਕ ਸ਼ੇਰ ਦੇ ਰੂਪ ਦੇ ਵਿੱਚ ਕਹਾਂ ਤਾਂ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਸੋ ਇਸ ਸਾਰੇ ਵਰਤਾਰੇ ਨੂੰ ਬਹੁਤ ਹੀ ਤੀਖਣ ਬੁੱਧੀ ਦੇ ਨਾਲ ਸਮਝਣ ਦੀ ਲੋੜ ਹੈ ਕਿ ਇਹਦੇ ਵਿੱਚ ਸਵਾਲ ਕਰਤਾ ਦੀ ਜਿਹੜੀ ਭਾਵਨਾ ਹੈ ਉਹ ਕੀ ਹੁੰਦੀ ਹੈ, ਜਿਸ ਨੂੰ ਅਕਸਰ ਜੇ ਤੁਹਾਨੂੰ ਕਿਤੇ ਐਮਬੈਡਡ ਜਰਨਲਿਜ਼ਮ ਉਸ ਦੇ ਬਾਰੇ ਜਾਣਨ ਦਾ ਮੌਕਾ ਮਿਲੇ, ਜਿਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਜ਼ ਵੀ ਨੇ, ਕਿਉਂਕਿ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਪ੍ਰੋਪੇਗੈਂਡਾ ਜਰਨਲਿਜ਼ਮ ਹੁੰਦਾ ਹੈ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਗੱਲ ਅਖਵਾਈ ਜਾ ਰਹੀ ਹੁੰਦੀ ਹੈ ਉਹਦੇ ਪਿੱਛੇ ਅਖਵਾਉਣ ਵਾਲੇ ਦੀ ਬਦਨੀਅਤ ਵੀ ਹੋ ਸਕਦੀ ਹੈ, ਉਹਦੇ ਪਿੱਛੇ ਕੋਈ ਲਾਲਚ ਵੀ ਹੋ ਸਕਦਾ ਹੈ, ਤੇ ਉਹਦੇ ਪਿੱਛੇ ਸਰਕਾਰ ਜਾਂ ਸਰਕਾਰ ਦੀ ਕਿਸੇ ਵੱਡੀ ਏਜੰਸੀ ਦੀ ਸ਼ੈ ਵੀ ਹੁੰਦੀ ਹੈ, ਜਿਸ ਨੂੰ ਪੰਜਾਬੀ 'ਚ ਅਸੀਂ ਪੀਲੀ ਪੱਤਰਕਾਰੀ ਕਹਿੰਦੇ ਹਾਂ। ਹੁਣ ਇਹਦੇ ਵਿੱਚ ਅਹਿਮ ਤੱਥ ਇਹ ਹੁੰਦਾ ਹੈ ਕਿ ਜਿਹੜੀ ਸਰਕਾਰ ਵਿਰੋਧੀ ਧਿਰ ਹੁੰਦੀ ਹੈ ਉਹਦੀ ਕਿਰਦਾਰਕੁਸ਼ੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਜਾਵੇ। ਉਹਦੇ ਵਿੱਚ ਇੱਕ ਨਾਇਕ ਹੁੰਦਾ ਹੈ। ਜਦੋਂ ਇਸ ਤਰ੍ਹਾਂ ਦਾ ਸਾਰਾ ਜਿਹੜਾ ਦ੍ਰਿਸ਼ ਹੈ ਉਹ ਸਿਰਜਿਆ ਜਾਂਦਾ ਹੈ ਤਾਂ ਉਹਦੇ ਵਿੱਚ ਪਹਿਲੀ ਗੱਲ ਤੇ ਹੁੰਦੀ ਹੈ ਕਿ ਸਟੇਟ ਦੇ ਖਿਲਾਫ ਲੜਨ ਵਾਲਾ ਜਿਹੜਾ ਨਾਇਕ ਹੁੰਦਾ, ਜਿਸ ਤਰ੍ਹਾਂ ਇਹ ਸਾਰੇ ਵਰਤਾਰੇ 'ਚ ਦੀਪ ਸਿੱਧੂ ਹੈ, ਤਾਂ ਉਸ ਦੀ ਮਾਨਸਿਕਤਾ ਨੂੰ ਹੀਣਾ ਕਿਵੇਂ ਵਿਖਾਇਆ ਜਾ ਸਕੇ ਕਿ ਉਸ ਦੀ ਜਿਹੜੀ ਕਹਿ ਸਕਦੇ ਹੋ ਕਿ ਰੋਸ਼ਨ ਦਿਮਾਗੀ ਜਿਹੜੀ ਹੈ ਉਹਦੇ ਉੱਪਰ ਸਿੱਧਾ ਸਵਾਲ ਕੀਤਾ ਜਾ ਸਕਦਾ ਹੈ ਕਿ ਉਸ ਦੇ ਜਿਹੜੇ ਵਿਸ਼ਵਾਸ ਪਾਤਰ ਲੋਕ ਨੇ ਇੰਨੇ ਘਟੀਆ ਕਿਸਮ ਦੇ ਸੀ, ਜਾਂ ਫਿਰ ਉਹਦੇ ਵਿਸ਼ਵਾਸ ਪਾਤਰ ਜਿਹੜੇ ਨੇ ਉਹਨਾਂ ਦੇ ਉੱਪਰ ਸਿੱਧਾ ਸ਼ੱਕ ਜਿਹੜਾ ਜ਼ਾਹਰ ਕੀਤਾ ਜਾ ਸਕੇ, ਜਾਂ ਫਿਰ ਉਸ ਤੋਂ ਬਾਅਦ ਜਿਹੜੀ ਕੌਮ ਦੇ ਵਿੱਚ ਇੱਕ ਜਾਗੀ ਹੋਈ ਚੇਤਨਤਾ ਹੁੰਦੀ ਹੈ ਉਸ ਨੂੰ ਤਾਰ-ਤਾਰ ਕਰਨਾ ਹੁੰਦਾ ਹੈ। ਸੋ ਕਈ ਵਾਰੀ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੁੰਦਾ ਹੈ ਤੇ ਕਈ ਵਾਰੀ ਇੱਕ ਅਣਭੁੱਲਾ ਜਿਹਾ ਕਹਿ ਸਕਦੇ ਹੋ ਕਿ ਅਣਭੋਲ ਜਿਹਾ ਸਾਡਾ ਇਹ 'ਚ ਮੰਤਵ ਹੁੰਦਾ ਹੈ ਕਿ ਲਾਈਕ ਤੇ ਵਿਊ ਲੈਣੇ, ਪਰ ਬੜੀ ਸੰਜੀਦਗੀ ਦੇ ਵਿੱਚ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੁੰਦੀ ਹੈ। ਹੁਣ ਜਦੋਂ ਤੁਸੀਂ ਪੰਥਕ ਧਿਰ ਕਰੋਗੇ ਤਾਂ ਉਹਦੇ ਨਾਲ ਬਹੁਤ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਨਿਸ਼ਾਨੇ ਉੱਪਰ ਆ ਜਾਣਗੀਆਂ। ਜੇਕਰ ਤੁਸੀਂ ਨਾਮ ਲੈ ਕੇ ਕਹੋਗੇ ਕਿ ਦੀਪ ਸਿੱਧੂ ਦੀ ਲੋਕੇਸ਼ਨ ਡਾਕਟਰ ਉਦੋਕੇ ਨੇ ਪੁਲਿਸ ਨੂੰ ਭੇਜੀ, ਮੈਂ ਜਵਾਬਦੇਹ ਹੋ ਜਾਊਂਗਾ। ਜੇ ਤੁਸੀਂ ਕਹੋਗੇ ਕਿ ਦੀਪ ਸਿੱਧੂ ਦੀ ਲੋਕੇਸ਼ਨ ਸਰਦਾਰ ਅਜਮੇਰ ਸਿੰਘ ਨੇ ਪੁਲਿਸ ਨੂੰ ਭੇਜੀ, ਉਹ ਜਵਾਬਦੇਹ ਹੋ ਜਾਣਗੇ। ਇਸੇ ਤਰ੍ਹਾਂ ਤੁਸੀਂ ਬਾਬਾ ਬਖਸ਼ੀਸ਼ ਦਾ ਨਾਮ ਦਿਓਗੇ ਜਾਂ ਬਲਜਿੰਦਰ ਸਿੰਘ ਪਰਵਾਨਾ ਦਾ ਨਾਮ ਲਓਗੇ। ਗੱਲ ਇਹ ਹੈ ਕਿ ਜਦੋਂ ਤੁਸੀਂ ਨਾਮ ਲੈ ਕੇ ਗੱਲ ਕਰੋਗੇ ਤੇ ਇਕੱਲਾ ਵਿਅਕਤੀ ਜਿਹੜਾ ਉਹ ਇਹਦਾ ਜਵਾਬਦੇਹ ਹੋਵੇਗਾ, ਔਰ ਜਦੋਂ ਉਹ ਜਵਾਬਦੇਹ ਹੋਵੇਗਾ ਉਹਦੇ ਜਵਾਬ ਨੂੰ ਵੀ ਤੁਹਾਨੂੰ ਆਪਣੇ ਮੀਡੀਆ ਔਰ ਮਾਧਿਅਮ ਦੇ ਰਾਹੀਂ ਜਿਹੜਾ ਉਹ ਪ੍ਰਸਾਰਿਤ ਕਰਨਾ ਪਵੇਗਾ। ਪਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਨਿਸ਼ਾਨਾ ਸਾਧਦੇ ਹਾਂ ਅਸੀਂ, ਜਿਹਦੇ ਪਿੱਛੇ ਕਿਤੇ ਨਾ ਕਿਤੇ ਇੱਕ ਬਹੁਤ ਸਾਰੀ, ਮੈਂ ਕਹਿ ਸਕਦਾ ਕਿ ਇੱਕ ਬਹੁਤ ਭੈੜੀ ਮਾਨਸਿਕਤਾ ਹੁੰਦੀ ਹੈ ਕਿ ਜਦੋਂ ਤੁਸੀਂ ਸਾਰੀਆਂ ਪੰਥਕ ਧਿਰਾਂ ਨੂੰ ਨਿਸ਼ਾਨੇ ਦੇ ਉੱਪਰ ਲੈ ਆਉਂਦੇ ਹੋ ਤਾਂ ਜਿਹੜੀਆਂ ਪੰਥਕ ਧਿਰਾਂ ਜਨਤਕ ਤੌਰ ਤੇ ਵਿਚਰ ਰਹੀਆਂ ਹੁੰਦੀਆਂ ਨੇ ਔਰ ਜਨਤਕ ਤੌਰ ਤੇ ਜਿੰਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਜਾਂ ਜਿੰਨੇ ਉਹਨਾਂ ਦੇ ਫੋਲੋਅਰ ਹੁੰਦੇ ਨੇ, ਉਹਨਾਂ ਦੇ ਬਰਾਬਰ ਉਹਨਾਂ ਦੇ ਨਾਲ ਨਫ਼ਰਤ ਕਰਨ ਵਾਲੇ ਵੀ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਿੰਨੇ ਲੋਕ ਮੇਰੇ ਲੈਕਚਰਾਂ ਨੂੰ ਸੁਣ ਕੇ ਚੰਗੇ ਕਮੈਂਟ ਕਰਦੇ ਨੇ, ਬਹੁਤ ਸਾਰੇ ਉਹ ਵੀ ਲੋਕ ਨੇ ਥੱਲੇ ਗਾਲਾਂ ਵੀ ਕੱਢਦੇ ਨੇ। ਸੋ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਧਿਰ ਉਸ ਜਨਤਕ ਧਿਰ ਦੇ ਖਿਲਾਫ ਹੁੰਦੀ ਹੈ, ਜਦੋਂ ਤੁਸੀਂ ਇਸ ਤਰ੍ਹਾਂ ਇੱਕ ਖੁੱਲਾ ਕਹਿ ਸਕਦੇ ਹੋ ਕਿ ਇੱਕ ਦਾਇਰਾ ਛੱਡ ਦਿੰਦੇ ਹੋ ਵੀ ਕਿਸੇ ਪੰਥਕ ਧਿਰ ਨੇ
ਦੀਪ ਸਿੱਧੂ ਦੀ ਜਾਂ ਕਿਸੇ ਵਿਅਕਤੀ ਨੇ ਦੀਪ ਸਿੱਧੂ ਦੀ ਲੋਕੇਸ਼ਨ ਸ਼ੇਅਰ ਕੀਤੀ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਉਹ ਨਿਸ਼ਾਨੇ ਦੇ ਉੱਪਰ ਆ ਜਾਂਦੀਆਂ ਨੇ ਤੇ ਫਿਰ ਜਿਹੜਾ ਜਿਸ ਸ਼ਖਸੀਅਤ ਦਾ ਵਿਰੋਧੀ ਹੁੰਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਆਪਣੇ ਢਾਂਚੇ ਦੇ ਵਿੱਚ ਫਿੱਟ ਕਰਦਾ ਹੈ। ਸੋ ਜਨਤਕ ਖੇਤਰ ਦੇ ਵਿੱਚ ਕਾਰਜਸ਼ੀਲ ਹਰ ਵਿਅਕਤੀ ਦਾ ਕਿਤੇ ਨਾ ਕਿਤੇ ਵਿਰੋਧੀ ਜ਼ਰੂਰ ਹੁੰਦਾ ਹੈ। ਸੋ ਜਿਨ੍ਹਾਂ ਨੂੰ ਮੇਰੇ ਪ੍ਰਤੀ ਕੋਈ ਈਰਖਾ ਜਾਂ ਰੰਜਿਸ਼ ਹੈ ਉਹਨਾਂ ਦੇ ਵਾਸਤੇ ਉਹ ਪੰਥਕ ਸ਼ਖਸੀਅਤ ਉਦੋਂ ਕੀ ਹੈ ਜਿਸ ਨੇ ਦੀਪ ਸਿੱਧੂ ਦੀ ਲੋਕੇਸ਼ਨ ਸ਼ੇਅਰ ਕੀਤੀ। ਇਸੇ ਤਰ੍ਹਾਂ ਜਿਹੜੇ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਖਿਲਾਫ ਨੇ ਉਹਨਾਂ ਦੇ ਵਾਸਤੇ ਉਹ ਪੰਥਕ ਸ਼ਖਸੀਅਤ ਅਜਮੇਰ ਸਿੰਘ ਨੇ। ਇਸੇ ਤਰ੍ਹਾਂ ਬਾਬਾ ਬਖਸ਼ੀਸ਼ ਦੇ ਖਿਲਾਫ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਾਬਾ ਬਖਸ਼ੀਸ਼ ਸਿੰਘ ਜਿਹੜਾ ਹੈ। ਇਸੇ ਤਰ੍ਹਾਂ ਜਿਹੜੇ ਬਲਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਨੇ ਉਹਨਾਂ ਨੂੰ ਲੱਗਦਾ ਬਲਜਿੰਦਰ ਸਿੰਘ ਪਰਵਾਨਾ ਨੇ ਉਹਦੀ ਲੋਕੇਸ਼ਨ ਜਿਹੜੀ ਸੀ ਉਹ ਸ਼ੇਅਰ ਕੀਤੀ। ਪਰ ਜੇਕਰ ਤੁਸੀਂ ਨਾਮ ਲੈ ਕੇ ਗੱਲ ਕਰੋ, ਤੁਸੀਂ ਅਜਮੇਰ ਸਿੰਘ ਦਾ ਨਾਮ ਲਓਗੇ ਤੇ ਉਹ ਉਦਣ ਆਪਣੀ ਉਸ ਦਿਨ ਦੀ ਸਿਚੁਏਸ਼ਨ ਜਿਹੜੀ ਹੈ ਉਹ ਦੱਸ ਦੇਣਗੇ ਕਿ ਉਹ ਕਿੱਥੇ ਸਨ। ਪਰਵਾਨਾ ਸਾਹਿਬ ਨਾਲ ਗੱਲ ਕਰੋ ਉਹ ਆਪਣੇ ਬਾਰੇ ਦੱਸ ਦੇਣਗੇ। ਬਾਬਾ ਬਖਸ਼ੀਸ਼ ਸਿੰਘ ਉਹਨਾਂ ਦੇ ਬਾਰੇ ਗੱਲ ਕਰੋ, ਜੇ ਤੁਸੀਂ ਮੇਰੇ ਬਾਰੇ ਗੱਲ ਕਰੋਗੇ ਤੇ ਮੈਂ ਦੱਸ ਦੇਵਾਂਗਾ ਕਿ ਲੋਕੇਸ਼ਨ ਬੰਦਾ ਤਾਂ ਉਹ ਸ਼ੇਅਰ ਕਰ ਸਕਦਾ ਹੈ ਜਿਹੜਾ ਉਸ ਵੇਲੇ ਦੀਪ ਦੇ ਨਾਲ ਹੋਵੇ ਤੇ ਉਸਨੂੰ ਲੋਕੇਸ਼ਨ ਦਾ ਪਤਾ ਹੋਵੇ। ਪਰ ਪਟਿਆਲੇ ਜਾਂ ਲੁਧਿਆਣੇ ਦੇ ਏਰੀਏ ਦੇ ਵਿੱਚ ਦੀਪ ਹੈ ਤੇ ਉਦੋਂ ਕੇ ਤਾਂ ਬਹੁਤ ਸਾਰੇ ਸਬੂਤ ਨੇ ਕਿ ਉਹ ਦਿੱਲੀ ਬੈਠਾ ਹੋਇਆ ਹੈ। ਸੋ ਇਹ ਜਿਹੜਾ ਸਾਰਾ ਵਰਤਾਰਾ ਇਹਦੇ ਪਿੱਛੇ ਇੱਕ ਬਹੁਤ ਹੀ ਸਾਜ਼ਿਸ਼ੀ ਮਾਨਸਿਕਤਾ ਹੁੰਦੀ ਹੈ। ਇਸ ਸਾਰੇ ਵਰਤਾਰੇ ਨੂੰ ਤੁਸੀਂ ਗੰਭੀਰਤਾ ਦੇ ਨਾਲ ਜ਼ਰੂਰ ਲਵੋ। ਜਿੱਥੇ ਵੀ ਕੋਈ ਵੀ ਧਿਰ ਜਵਾਬ ਦੇ ਹੈ, ਚਾਹੇ ਮੈਂ ਆ, ਚਾਹੇ ਸਰਦਾਰ ਅਜਮੇਰ ਸਿੰਘ ਨੇ, ਚਾਹੇ ਪਰਵਾਨਾ ਸਾਹਿਬ ਨੇ, ਚਾਹੇ ਬਾਬਾ ਬਖਸ਼ੀਸ਼ ਨੇ, ਜਵਾਬ ਦੇ ਜ਼ਰੂਰ ਬਣਾਓ ਪਰ ਸਾਰੇ ਵਰਤਾਰੇ ਦੀ ਘੋਖ ਜ਼ਰੂਰ ਕਰੋ। ਹੁਣ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਇੱਕ ਅਹਿਮ ਕੜੀ ਹੈ ਕਿ ਇਹਦੇ ਵਿੱਚ ਮੁਲਾਕਾਤ ਕਰਤਾ ਤੇ ਮਹਿਮਾਨ ਉਹ ਦੋਵੇਂ ਹੀ ਸੱਚਾਈ ਤੋਂ ਨਾਵਾਕਿਫ ਨੇ, ਕਿਉਂਕਿ ਜਿਹੜੇ ਮਹਿਮਾਨ ਨੇ ਉਹ ਉਸ ਮੌਕੇ ਜੇਲ੍ਹ ਦੇ ਵਿੱਚ ਨੇ, ਜਿਹੜੇ ਇੰਟਰਵਿਊ ਕਰਤਾ ਨੇ ਉਹ ਮੌਕੇ ਤੇ ਹਾਜ਼ਰ ਨਹੀਂ, ਉਹਨਾਂ ਨੂੰ ਕਿਸੇ ਵੀ ਘਟਨਾਕ੍ਰਮ ਦਾ ਨਹੀਂ ਪਤਾ। ਤੇ ਹੁਣ ਜੇ ਮੈਂ ਕੁਝ ਸਵਾਲ ਕਰਾਂ ਕਿ ਕੀ ਤੁਹਾਨੂੰ ਜਿਸ ਦਿਨ ਦੀਪ ਸਿੱਧੂ ਨੂੰ ਇੰਜ ਲੱਗਾ ਕਿ ਪੁਲਿਸ ਦੇ ਵੱਲੋਂ ਮੈਨੂੰ ਫੜਨ ਦੇ ਵਾਸਤੇ ਟਰੈਪ ਲਗਾਇਆ ਗਿਆ, ਤੁਹਾਨੂੰ ਉਸ ਤਾਰੀਖ ਦਾ ਪਤਾ? ਤੁਹਾਨੂੰ ਇਹ ਪਤਾ ਹੈ ਕਿ ਘਟਨਾ ਦੇ ਸਮੇਂ ਨਾਲ ਕੌਣ ਸੀ? ਤੁਹਾਨੂੰ ਇਹ ਪਤਾ ਹੈ ਕਿ ਦੀਪ ਸਿੱਧੂ ਦਾ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪ੍ਰਤੀਕਰਮ ਕੀ ਸੀ? ਕੀ ਤੁਹਾਨੂੰ ਇਹ ਪਤਾ ਹੈ ਕਿ ਦੀਪ ਸਿੱਧੂ ਜਾਂ ਉਸ ਦੇ ਪਰਿਵਾਰ ਨੇ ਇਸ ਸਾਰੇ ਵਰਤਾਰੇ ਦੇ ਉੱਪਰ ਕੀ ਐਕਸ਼ਨ ਲਿਆ? ਜਾਂ ਕੀ ਤੁਸੀਂ ਇਹ ਜਾਣਦੇ ਹੋ ਕਿ ਕੀ ਦੀਪ ਸਿੱਧੂ ਦੇ ਪਰਿਵਾਰ ਨੇ ਉਸ ਵਿਅਕਤੀ ਨੂੰ ਨਸ਼ਰ ਕੀਤਾ ਜਾਂ ਨਹੀਂ ਕੀਤਾ? ਜੇ ਨਹੀਂ ਕੀਤਾ ਤਾਂ ਉਸ ਦੇ ਪਿੱਛੇ ਕਾਰਨ ਕੀ ਨੇ? ਹੁਣ ਤੁਹਾਨੂੰ ਇਸ ਸਾਰੇ ਵਰਤਾਰੇ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਤੇ ਵੇਖਣਾ ਪਵੇਗਾ। ਇਹ ਸਾਰਾ ਜਿਹੜਾ ਵਰਤਾਰਾ ਹੈ ਇਹ 30 ਜਨਵਰੀ 2021 ਦਾ ਹੈ। ਜੇਕਰ ਮੇਰੇ ਬਾਰੇ ਜਾਣਨਾ ਹੈ ਕਿ 30 ਜਨਵਰੀ 2021 ਨੂੰ ਮੈਂ ਕਿੱਥੇ ਸੀ, ਤਾਂ ਮੈਂ ਉਸ ਦਿਨ ਦਿੱਲੀ ਸੀ। 29 ਨੂੰ ਔਰ 30 ਨੂੰ ਵੀ ਦਿੱਲੀ ਸੀ, ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਉੱਪਰ ਸੰਘੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਮੇਰੀਆਂ ਦੋਵੇਂ ਦਿਨ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਮੇਰੇ ਫੇਸਬੁੱਕ ਪੰਨੇ ਦੇ ਉੱਪਰ ਪਈਆਂ ਹੋਈਆਂ ਨੇ। ਔਰ ਉਸ ਤੋਂ ਬਾਅਦ ਵੀ 4 ਤਰੀਕ ਨੂੰ 26 ਜਨਵਰੀ ਨੂੰ ਸ਼ਹੀਦ ਹੋਏ ਸਰਦਾਰ ਨਵਰੀਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਸੀ ਤੇ ਮੈਂ 4 ਨੂੰ ਵੀ ਉੱਥੇ ਸੀ, ਭਾਵ ਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਆਇਆ ਹੀ ਨਹੀਂ। ਹੁਣ ਉਸ ਸਮੇਂ ਦੀਪ ਦੇ ਨਾਲ ਕੌਣ ਸੀ? ਦੀਪ ਦੇ ਨਾਲ ਸੀ ਸਾਡਾ ਛੋਟਾ ਵੀਰ ਬਲਵੰਤ ਸਿੰਘ, ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਦਾ। ਹੁਣ ਇਸ ਘਟਨਾਕ੍ਰਮ ਦੀਆਂ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਸਮਝਣ ਦਾ ਯਤਨ ਜ਼ਰੂਰ ਕਰਿਓ। ਦੀਪ ਦੇ ਬਾਰੇ ਉਸ ਵੇਲੇ ਦਿੱਲੀ ਪੁਲਿਸ ਦੇ ਵੱਲੋਂ ਲੁੱਕ ਆਊਟ ਜਿਹੜਾ ਨੋਟਿਸ ਹੈ ਉਹ ਜਾਰੀ ਹੋ ਚੁੱਕਾ ਹੈ। ਜਿਸ ਤਰ੍ਹਾਂ ਮੀਡੀਆ ਦੇ ਵਿੱਚ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ, ਜਾਂ ਜਿਸ ਤਰ੍ਹਾਂ ਦੇ ਨਾਲ ਉਸ ਦੇ ਖਿਲਾਫ ਇੱਕ ਸਹਿਰਾ ਨਰੇਟਿਵ ਆਮ ਜਨਤਾ ਤੋਂ ਲੈ ਕੇ ਲੀਡਰਸ਼ਿਪ ਤੋਂ ਲੈ ਕੇ ਮੀਡੀਆ ਤੋਂ ਲੈ ਕੇ ਸਰਕਾਰ, ਸਟੇਟ ਏਜੰਸੀਆਂ, ਪੁਲਿਸ, ਉਹਨੂੰ ਇੰਜ ਲੱਗ ਰਿਹਾ ਕਿ ਸਾਰੇ ਉਸ ਦੇ ਦੁਸ਼ਮਣ ਨੇ। ਤੇ ਉਸ ਸਮੇਂ ਦੀਪ ਦੇ ਵੱਲੋਂ ਤੇ ਬਲਵੰਤ ਦੇ ਵੱਲੋਂ ਆਪਣੇ ਜਿਹੜੇ ਫੋਨ ਨੇ ਉਹ ਸੁੱਟ ਦਿੱਤੇ ਜਾਂਦੇ ਨੇ। 2 ਨਵੀਆਂ ਸਿਮਾਂ ਖਰੀਦੀਆਂ ਜਾਂਦੀਆਂ ਨੇ ਤੇ ਜਿਸ ਘਰ ਦੇ ਵਿੱਚ ਲੁਧਿਆਣੇ ਦੇ ਕੋਲ ਉਹ ਰੁਕੇ ਹੋਏ ਸੀ, ਉਸ ਘਰ ਦੇ ਵਿੱਚੋਂ ਉਹ ਦੂਸਰੇ ਦਿਨ ਯਾਨੀ ਕਿ 26 ਜਨਵਰੀ ਦੀ ਘਟਨਾ ਔਰ 30 ਤਰੀਕ ਨੂੰ ਉਹ ਨਿਕਲਦੇ ਨੇ ਇੱਕ ਆਸ ਦੇ ਨਾਲ। ਹੁਣ ਤੁਸੀਂ ਵੇਖੋ ਕਿ ਉਸ ਮੌਕੇ ਬੇਸ਼ੱਕ ਦੀਪ ਮੇਰੇ ਨਾਲ ਸੰਪਰਕ ਕਰਨ ਦਾ ਯਤਨ ਕਰਦਾ ਹੈ, ਮੈਂ ਉਸ ਵੇਲੇ ਦਿੱਲੀ ਹਾਂ, ਤਾਂ ਮੇਰੇ ਨਾਲ ਸੰਪਰਕ ਕਰਨ ਦੇ ਵਾਸਤੇ ਹੁਸਨਪ੍ਰੀਤ ਸਿੰਘ ਗਿੱਲ ਜਿਹੜਾ ਇਸ ਵੇਲੇ ਵਾਰਿਸ ਪੰਜਾਬ ਜਥੇਬੰਦੀ ਦੇ ਵਿੱਚ ਮੁੰਡਾ ਕਾਰਜ ਕਰ ਰਿਹਾ, ਉਸ ਨੂੰ ਭੇਜਿਆ ਜਾਂਦਾ ਹੈ। ਕਿਸੇ ਕਾਰਨ ਕਰਕੇ ਸਾਡਾ ਤੇ ਉਹਦਾ ਸੰਪਰਕ ਨਹੀਂ ਬਣਦਾ। ਜਦੋਂ ਸੰਪਰਕ ਬਣਦਾ ਹੈ ਤੇ ਜਿਹੜੇ ਨੰਬਰ ਦੇ ਉੱਪਰ ਮੈਂ ਸੰਪਰਕ ਕਰਨਾ ਸੀ ਉਹ ਨੰਬਰ ਬਦਲ ਚੁੱਕਾ ਸੀ।
ਸੋ ਉਸ ਵੇਲੇ ਦੀਪ ਕਿਸੇ ਖਾਸ ਵਿਸ਼ਵਾਸ ਪਾਤਰ ਦੇ ਨਾਲ ਸਲਾਹ ਕਰਨਾ ਚਾਹੁੰਦਾ ਹੈ ਕਿ ਅੱਗੇ ਕੀ ਕੀਤਾ ਜਾਵੇ। ਸੋ ਉਸ ਦੇ ਵਾਸਤੇ ਬਾਬਾ ਬਖਸ਼ੀਸ਼ ਸਿੰਘ ਹੁਣਾਂ ਨੂੰ ਪਟਿਆਲੇ ਤੋਂ ਸੱਦਿਆ ਜਾਂਦਾ ਹੈ ਕਿ ਤੁਸੀਂ ਪਟਿਆਲੇ ਤੋਂ ਸਰਹੰਦ ਵੱਲ ਤੋਂ ਆਲ ਨੂੰ ਆ ਜਾਓ, ਤੇ ਦੀਪ ਲੁਧਿਆਣੇ ਤੋਂ ਸਰਹੰਦ ਵੱਲ ਨੂੰ ਤੁਰ ਪੈਂਦਾ ਹੈ। ਦੀਪ ਹੁਰੀ 2 ਗੱਡੀਆਂ ਦੇ ਵਿੱਚ ਨੇ। ਇੱਕ ਗੱਡੀ ਦੇ ਵਿੱਚ ਉਸ ਪਰਿਵਾਰ ਦੇ 2 ਲੜਕੇ ਨੇ ਜਿਨ੍ਹਾਂ ਦੇ ਘਰ ਦੀਪ ਨੇ ਪਨਾਹ ਲਈ ਹੈ, ਤੇ ਇੱਕ ਗੱਡੀ ਦੇ ਵਿੱਚ ਉਸੇ ਪਰਿਵਾਰ ਦਾ ਇੱਕ ਲੜਕਾ ਗੱਡੀ ਚਲਾ ਰਿਹਾ ਹੈ, ਤੇ ਉਹਦੇ ਨਾਲ ਦੀਪ ਔਰ ਛੋਟਾ ਵੀ ਬਲਵੰਤ ਸਿੰਘ ਬੈਠੇ ਹੋਏ ਨੇ। ਸੋ ਕਹਿਣ ਤੋਂ ਭਾਵ ਇਸ ਨਕਸ਼ੇ ਨੂੰ ਸਮਝ ਲਓ ਕਿ 2 ਗੱਡੀਆਂ ਨੇ। ਇੱਕ ਗੱਡੀ ਅੱਗੇ ਜਾ ਰਹੀ ਹੈ ਜਿਹਦੇ ਵਿੱਚ ਪਨਾਹ ਦੇਣ ਵਾਲੇ ਪਰਿਵਾਰ ਦੇ 2 ਲੜਕੇ ਨੇ। ਇੱਕ ਗੱਡੀ ਪਿੱਛੇ ਹੈ ਜਿਹਦੇ ਵਿੱਚ ਦੀਪ ਸਿੱਧੂ, ਬਲਵੰਤ ਸਿੰਘ ਤੇ ਇੱਕ ਲੜਕਾ ਜਿਹੜਾ ਉਹ ਗੱਡੀ ਚਲਾ ਰਿਹਾ ਹੈ। ਸੋ ਇਹ ਜਦੋਂ ਲੁਧਿਆਣੇ ਤੋਂ ਸਰਹੰਦ ਦੇ ਕੋਲ ਪਹੁੰਚਦੇ ਨੇ, ਉਧਰੋਂ ਬਾਬਾ ਬਖਸ਼ੀਸ਼ ਸਿੰਘ ਵੀ ਪਟਿਆਲੇ ਤੋਂ ਇੱਧਰ ਨੂੰ ਆ ਜਾਂਦੇ ਨੇ ਤੇ ਆਪਸ ਦੇ ਵਿੱਚ ਮਿਲਦੇ ਨੇ। ਇਹਨਾਂ ਦੀ ਆਪਸ ਦੇ ਵਿੱਚ ਵਾਰਤਾਲਾਪ ਹੁੰਦੀ ਹੈ ਕਿ ਕੇਸ ਦੀਆਂ ਧਾਰਾਵਾਂ ਕੀ ਨੇ, ਕੀ ਕੇਸ ਲੜਿਆ ਜਾਵੇ, ਪੇਸ਼ ਹੋਇਆ ਜਾਵੇ, ਜਾਂ ਫਿਰ ਜ਼ਮਾਨਤ ਦੇ ਵਾਸਤੇ ਬਾਹਰੋਂ ਬਾਹਰ, ਜਿਸ ਨੂੰ ਅਸੀਂ ਐਂਟੀਸਪੇਟਰੀ ਬੇਲ ਕਹਿੰਦੇ ਹਾਂ, ਕਿ ਉਹਦੇ ਵਾਸਤੇ ਅਪਲਾਈ ਕੀਤਾ ਜਾਵੇ। ਸੋ ਕੁਦਰਤਨ ਜਿਹੜਾ ਇਹ ਸਾਰਾ ਵਰਤਾਰਾ ਚੱਲ ਰਿਹਾ ਸੀ, ਉਹਦੇ ਵਿੱਚ ਕਿਸੇ ਵਿਸ਼ਵਾਸ ਪਾਤਰ ਦੇ ਨਾਲ ਹੀ ਇਹ ਸਾਰੀ ਗੱਲਬਾਤ ਕੀਤੀ ਜਾ ਸਕਦੀ ਸੀ। ਇਹ ਸਾਰੀ ਗੱਲਬਾਤ ਜਿਹੜੀ ਸੀ ਇਹਨਾਂ ਨੇ ਆਪਸ ਦੇ ਵਿੱਚ ਗੱਡੀ ਦੇ ਵਿੱਚ ਬੈਠ ਕੇ ਕੀਤੀ। ਉਸ ਤੋਂ ਬਾਅਦ ਬਾਬਾ ਬਖਸ਼ੀਸ਼ ਸਿੰਘ ਹੁਣੀ, ਜਿਨ੍ਹਾਂ ਦੇ ਉੱਪਰ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਬਹੁਤ ਸਾਰੇ ਕੇਸਾਂ ਦੇ ਵਿੱਚੋਂ ਜਾਂ ਬਹੁਤ ਸਾਰੇ ਮੁਕੱਦਮਿਆਂ ਦੇ ਵਿੱਚੋਂ ਨਿਕਲ ਕੇ ਆਏ ਨੇ, ਤੇ ਉਹਨਾਂ ਨੂੰ ਉਸ ਇਲਾਕੇ ਤੇ ਉਹਨਾਂ ਰਾਹਾਂ ਦਾ ਵੀ ਜ਼ਿਆਦਾ ਪਤਾ ਸੀ ਕਿ ਉਹਨਾਂ ਨੇ ਬਹੁਤ ਸਾਰਾ ਆਪਣਾ ਜੀਵਨ ਜਿਹੜਾ ਉਹ ਰੂਪੋਸ਼ ਜੀਵਨ ਜਿਹੜਾ ਉਹ ਗੁਜ਼ਾਰਿਆ। ਸੋ ਬਾਬਾ ਬਖਸ਼ੀਸ਼ ਸਿੰਘ ਹੁਣਾਂ ਦੀ ਗੱਡੀ ਉੱਥੇ ਛੱਡ ਦਿੱਤੀ ਜਾਂਦੀ ਹੈ ਤੇ ਬਾਬਾ ਬਖਸ਼ੀਸ਼ ਸਿੰਘ ਹੁਣਾਂ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਜਾਂਦਾ ਹੈ। ਉਹਨਾਂ ਨੂੰ ਬਿਠਾ ਕੇ ਇਹ ਫਿਰ ਲੁਧਿਆਣੇ ਵੱਲ ਨੂੰ ਚੱਲਦੇ ਨੇ, ਤੇ ਅੱਗੇ ਫਿਰ ਉਹੀ ਗੱਡੀ ਲੱਗੀ ਹੈ ਜਿਸ ਨੇ ਇਹ ਵੇਖਣਾ ਹੈ ਕਿ ਅੱਗੇ ਪੁਲਿਸ ਦੀ ਕੋਈ ਗੱਡੀ ਤੇ ਨਹੀਂ ਹੈ। ਕੁਦਰਤੀ ਜਦੋਂ ਥੋੜਾ ਅੱਗੇ ਆਉਂਦੇ ਨੇ ਤੇ ਅੱਗੇ ਇੱਕ ਪੁਲਿਸ ਦੀ ਗੱਡੀ ਖੜੀ ਹੈ। ਵੈਸੇ ਇਹ ਕੋਈ ਟ੍ਰੈਪ ਨਹੀਂ ਹੈ, ਬਾਅਦ ਦੇ ਵਿੱਚ ਸਾਰਾ ਸਪਸ਼ਟ ਹੋ ਗਿਆ ਸੀ। ਆਮ ਇੱਕ ਨਾਕਾ ਲੱਗਾ ਹੈ, ਤੇ ਉਹ ਜਿਹੜੇ ਅਗਲੇ 2 ਨੌਜਵਾਨ ਜਿਹੜੇ ਗੱਡੀ ਅੱਗੇ ਚਲਾ ਰਹੇ ਨੇ, ਜਿਸ ਨੂੰ ਤੁਸੀਂ ਐਸਕੌਰਟ ਕਹਿ ਸਕਦੇ ਹੋ, ਜਿਹੜੇ ਉਹ ਅੱਗੇ ਗੱਡੀ ਚਲਾ ਰਹੇ ਨੇ, ਉਹ ਇੱਕਦਮ ਵਾਪਸ ਆਉਂਦੇ ਨੇ ਤੇ ਆ ਕੇ ਦੱਸਦੇ ਨੇ ਕਿ ਅੱਗੇ ਪੁਲਿਸ ਨੇ ਨਾਕਾ ਲਾਇਆ ਹੋਇਆ ਹੈ। ਭਾਵੇਂ ਕਿ ਉਹ ਨਾਕਾ ਜਿਹੜਾ ਉਹ ਜਰਨਲ ਚੈਕਿੰਗ ਦੇ ਵਾਸਤੇ ਸੀ। ਜੇਕਰ ਦੀਪ ਨੂੰ ਫੜਨ ਦੇ ਵਾਸਤੇ ਟ੍ਰੈਪ ਲਗਾਇਆ ਹੁੰਦਾ ਤਾਂ ਉਹਦੇ 'ਚ ਦਿੱਲੀ ਪੁਲਿਸ ਦੀ ਵੀ ਸ਼ਮੂਲੀਅਤ ਹੋਣੀ ਸੀ, ਔਰ ਇੱਕ ਵੱਡੇ ਪੱਧਰ ਦਾ ਹੋਣਾ ਸੀ। ਉਹ ਇੱਕ ਗੱਡੀ ਦੇ ਵਿੱਚ 4 ਪੁਲਿਸ ਵਾਲੇ ਨਹੀਂ ਸੀ ਹੋਣੇ। ਸੋ ਪਰ ਫਿਰ ਵੀ ਮਨ ਦੇ ਵਿੱਚ ਇੱਕ ਡਰ ਤੇ ਹੁੰਦਾ ਨਾ ਕਿ ਹੁਣ ਇਸ ਰਸਤੇ ਨਾ ਜਾਇਆ ਜਾਵੇ। ਸੋ ਉੱਥੋਂ ਵਾਪਸ ਮੁੜ ਜਾਇਆ ਜਾਂਦਾ ਹੈ, ਮੇਨ ਰੋਡ ਦੇ ਉੱਪਰ ਨਹੀਂ ਜਾਇਆ ਜਾਂਦਾ। ਤੇ ਫਿਰ ਮਨ ਦੇ ਵਿੱਚ ਇੱਕ ਸ਼ੱਕ ਆਉਂਦਾ ਹੈ ਕਿ ਬਾਬਾ ਬਖਸ਼ੀਸ਼ ਸਿੰਘ ਜਿਹੜੇ ਨੇ, ਉਹਨਾਂ ਦੇ ਉੱਪਰ ਪੁਲਿਸ ਦੀ ਬੜੀ ਨਜ਼ਰ ਹੁੰਦੀ ਹੈ, ਕਿਤੇ ਉਹਨਾਂ ਦਾ ਫੋਨ ਜਿਹੜਾ ਸਰਵੇਲੈਂਸ ਦੇ ਵਿੱਚ ਨਾ ਹੋਵੇ ਤੇ ਉਹਦੇ ਤੋਂ ਕਿਤੇ ਸਾਡੀ ਲੋਕੇਸ਼ਨ ਨਾ ਸ਼ੇਅਰ ਹੁੰਦੀ ਹੋਵੇ। ਸੋ ਉਸ ਤੋਂ ਬਾਅਦ ਬਾਬਾ ਬਖਸ਼ੀਸ਼ ਸਿੰਘ ਉਹਨਾਂ ਨੂੰ ਗੱਡੀ ਦੇ ਵਿੱਚੋਂ ਉਤਾਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਸੜਕ ਤੇ ਉਤਾਰ ਦਿੱਤਾ ਜਾਂਦਾ ਹੈ, ਤੇ ਇਹ ਵਾਪਸ ਜਿਸ ਆਪਣੀ ਠਾਹਰ ਤੋਂ ਜਾਂ ਜਿੱਥੇ ਇਹਨਾਂ ਪਨਾਹ ਲਈ ਹੋਈ ਸੀ ਉੱਥੇ ਜਿਹੜਾ ਉਹ ਚਲੇ ਜਾਂਦੇ ਨੇ। ਹੁਣ ਜਿਹੜੇ ਨਾਲ ਦੇ ਬੱਚੇ ਨੇ, ਨੌਜਵਾਨ ਜਿਹੜੇ ਜੇ ਸਾਰੇ ਵਰਤਾਰੇ ਦੇ ਬਾਰੇ ਵੀ ਨਹੀਂ ਜਾਣਦੇ ਤੇ ਬਾਬਾ ਬਖਸ਼ੀਸ਼ ਸਿੰਘ ਦੀ ਸ਼ਖਸੀਅਤ ਦੇ ਬਾਰੇ ਵੀ ਨਹੀਂ ਜਾਣਦੇ, ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹੋ ਜਾਂਦੀ ਹੈ ਕਿ ਜਿਹੜੇ ਵਿਅਕਤੀ ਨੂੰ ਉਤਾਰਿਆ ਹੈ ਸ਼ਾਇਦ ਉਸ ਨੇ ਲੋਕੇਸ਼ਨ ਦੱਸੀ ਸੀ ਤੇ ਉਹਦੇ ਕਰਕੇ ਜਿਹੜੀ ਹੈ ਉਹ ਪੁਲਿਸ ਨੇ ਅੱਗੇ ਗੱਡੀ ਖੜੀ ਕੀਤੀ ਸੀ। ਸੋ ਇਸ ਕਰਕੇ ਉਹਨਾਂ ਵੀਰਾਂ ਦੇ ਮਨ ਦੇ ਵਿੱਚ ਇਹ ਜਿਹੜੀ ਆ ਉਹ ਸ਼ੱਕ ਪੈਦਾ ਹੋ ਜਾਂਦਾ ਹੈ। ਸੋ ਜਿਹੜੇ ਬਾਬਾ ਬਖਸ਼ੀਸ਼ ਸਿੰਘ ਦੇ ਵਿਰੋਧੀ ਨੇ ਉਹ ਇਸ ਗੱਲ ਨੂੰ ਜ਼ਿਆਦਾ ਫੈਲਾਉਂਦੇ ਨੇ, ਭਾਵੇਂ ਇਹ ਇੱਕ ਅਚਨਚੇਤੀ ਵਰਤਾਰਾ ਹੈ। ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਦਾ। ਉਸ ਤੋਂ ਬਾਅਦ ਜਿਹੜੇ ਬਾਬਾ ਬਖਸ਼ੀਸ਼ ਸਿੰਘ ਦੇ ਕੁਝ ਵਿਰੋਧੀ ਨੇ, ਔਰ ਮੈਂ ਵੀ ਦੱਸ ਦਵਾਂ ਕਿ ਇਹ ਜਿੰਨੇ ਵੀ ਵੀਰ ਨੇ ਦੀਪ ਨੂੰ ਪਿਆਰ ਕਰਨ ਵਾਲੇ, ਇਹਨਾਂ ਦੇ ਵਿੱਚ ਕੋਈ ਵੱਟ ਬੰਨੇ ਦਾ ਰੌਲਾ ਨਹੀਂ, ਕੋਈ ਐਵੇਂ ਦਾ ਵਿਰੋਧ ਨਹੀਂ। ਵਿਰੋਧ ਮੈਨੂੰ ਤੇ ਲੱਗਦਾ ਬਸ ਇੰਨਾ ਕੁ ਟਿਕਿਆ ਹੋਇਆ ਕਿ ਦੀਪ ਹਰ ਇੱਕ ਨੂੰ ਪਿਆਰ ਹੀ ਇੰਨਾ ਕਰਦਾ ਸੀ। ਹਰ ਬੰਦਾ ਇਹ ਦੱਸਣਾ ਚਾਹੁੰਦਾ ਕਿ ਮੈਂ ਦੀਪ ਦੇ ਜ਼ਿਆਦਾ ਨੇੜੇ ਹਾਂ, ਦੀਪ ਮੈਨੂੰ ਜ਼ਿਆਦਾ ਪਿਆਰ ਕਰਦਾ ਸੀ, ਮੈਂ ਦੀਪ ਦੇ ਨਾਲ ਜ਼ਿਆਦਾ ਰਹਿੰਦਾ ਸੀ, ਮੇਰੇ ਨਾਲ ਦੀਪ ਫੋਨ ਤੇ ਜ਼ਿਆਦਾ ਗੱਲ ਕਰਦਾ ਸੀ। ਸੋ ਇਹ ਸਾਰੇ ਕਹਿ ਸਕਦੇ ਹਾਂ ਕਿ ਇੱਕ ਦੂਜੇ ਨਾਲ ਜੈਲਸੀ ਹੈ ਉਹ ਦੀਪ ਦੀ ਸ਼ਖਸੀਅਤ ਦੇ ਕਰਦੇ। ਇਹ ਜਿਹੜੀ ਗੱਲ ਹੈ ਇਹ ਇੱਕ ਇਨਰ ਸਰਕਲ ਦੇ ਵਿੱਚ ਚਲੀ ਜਾਂਦੀ ਹੈ ਕਿ ਜਿਹੜੀ ਲੋਕੇਸ਼ਨ ਸੀ ਉਹ ਟਰੇਸ ਹੋਈ ਤੇ ਸ਼ਾਇਦ ਬਾਬਾ ਬਖਸ਼ੀਸ਼ ਸਿੰਘ ਦੇ ਫੋਨ ਤੋਂ ਹੋਈ। ਉਸ ਤੋਂ ਬਾਅਦ ਦੀਪ ਗ੍ਰਿਫਤਾਰ ਕੀਤਾ ਜਾਂਦਾ, ਉਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਦੀਪ ਜੇਲ੍ਹ ਦੇ ਵਿੱਚ ਚਲਾ ਜਾਂਦਾ। ਜੇਲ੍ਹ ਦੇ ਵਿੱਚੋਂ ਉਸ ਨੂੰ ਕੁਝ ਵਿਅਕਤੀਆਂ ਦੇ ਨਾਲ ਗੱਲ ਕਰਨ ਦੀ ਪਰਮਿਸ਼ਨ ਸੀ, ਜਿਹੜੇ ਨੰਬਰ ਉਸ ਨੇ ਜੇਲ੍ਹ ਦੇ ਵਿਭਾਗ ਨੂੰ ਦਿੱਤੇ ਹੋਏ ਸੀ ਕਿ ਮੈਂ ਇਹਨਾਂ ਦੇ ਨਾਲ ਗੱਲ ਕਰਨਾ ਚਾਹੁੰਦਾ।
ਤੇ ਉਹਨਾਂ ਦੇ ਵਿੱਚ ਮੇਰੇ ਨਾਲ ਵੀ ਉਹਦੀ ਗੱਲ ਹੋ ਜਾਂਦੀ ਸੀ। ਜਿਸ ਦਿਨ ਨਹੀਂ ਗੱਲ ਹੁੰਦੀ ਸੀ, ਮੈਂ ਉਸਦੇ ਭਰਾ ਨੂੰ ਜਾਂ ਉਸਦੇ ਵਕੀਲ ਜਿਹੜੇ ਨੇ ਐਡਵੋਕੇਟ ਹਰਿੰਦਰ ਸਿੰਘ ਖੋਸਾ, ਉਹਨਾਂ ਨਾਲ ਗੱਲ ਕਰਦਾ ਸੀ ਕਿ ਦੀਪ ਨੂੰ ਜੇਕਰ ਤੁਹਾਡੀ ਗੱਲਬਾਤ ਹੋਵੇ ਤੇ ਉਸ ਨੂੰ ਕਹਿ ਦੇਣਾ ਕਿ ਮੈਨੂੰ ਕਾਲ ਕਰ ਲਵੇ, ਕੋਈ ਜ਼ਰੂਰੀ ਗੱਲ ਹੈ। ਸੋ ਦੀਪ ਨੇ ਜੇਲ੍ਹ ਦੇ ਵਿੱਚੋਂ ਮੈਨੂੰ ਇਹ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਗੱਲ ਫੈਲ ਰਹੀ ਹੈ ਕਿ ਮੇਰੀ ਜਿਹੜੀ ਲੋਕੇਸ਼ਨ ਹੈ ਉਹ ਟਰੇਸ ਹੋਈ ਹੈ, ਤੇ ਇਹ ਸਾਡੇ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਅੰਦਰੂਨੀ ਟੀਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ ਹੈ ਤੇ ਸਾਨੂੰ ਇਸ ਦੀ ਘੋਖ ਕਰਨੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਉਦੋਂ ਤੱਕ ਅਸੀਂ ਸਾਰੀ ਜਿਹੜੀ ਘੋਖ ਹੈ ਉਹ ਕਰ ਚੁੱਕੇ ਸੀ। ਮੈਂ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਨਾਲ ਇਹ ਸਾਰੀ ਗੱਲ ਸਾਂਝੀ ਕਰ ਦਿੱਤੀ। ਉਸ ਤੋਂ ਬਾਅਦ ਦੀਪ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਜਿਹੜੀ ਪਹਿਲੀ ਮੀਟਿੰਗ ਸਾਡੀ ਹੁੰਦੀ ਹੈ ਉਹ ਹੁੰਦੀ ਹੀ ਇਸ ਮੁੱਦੇ ਦੇ ਉੱਪਰ ਹੈ। ਇਹ ਮੀਟਿੰਗ ਫਰੰਗੀ ਪਾਣੀ ਜਿਹੜਾ ਹਰਪ੍ਰੀਤ ਸਿੰਘ ਦੇਵਗਨ ਦਾ ਹੋਟਲ ਹੈ ਉਹਦੇ ਵਿੱਚ ਹੁੰਦੀ ਹੈ। ਸ਼ਾਇਦ ਹਰਪ੍ਰੀਤ ਸਿੰਘ ਦੇਵਗਨ ਇਸ ਦੇ ਬਾਰੇ ਜ਼ਿਆਦਾ ਦੱਸ ਸਕਦੇ ਨੇ ਕਿ ਉਸ ਦਿਨ ਦੀਪ ਕੋਲ ਜਿਹੜਾ ਕਮਰਾ ਹੈ, ਕਿਉਂਕਿ ਉਹਨਾਂ ਨੇ ਕਮਰਿਆਂ ਦੇ ਨੰਬਰ ਨਹੀਂ ਰੱਖੇ ਹੋਏ, ਉਹਨਾਂ ਨੇ ਹਰ ਕਮਰੇ ਦਾ ਥੀਮ ਜਿਹੜਾ ਇੱਕ ਦੇਸ਼ ਦੀ ਜਿਹੜੀ ਕਹਿ ਸਕਦੇ ਹੋ ਕਿ ਇਮਾਰਤ ਸਾਜੀ ਹੁੰਦੀ ਉਹਦੇ ਵਰਗਾ ਦਿੱਤਾ ਹੈ, ਤੇ ਦੀਪ ਕੋਲ ਜ਼ਿਆਦਾ ਜਿਹੜਾ ਕਮਰਾ ਹੁੰਦਾ ਸੀ ਉਹ ਵੈਨਕੂਵਰ ਸੀ। ਸੋ ਅਸੀਂ ਉਸ ਕਮਰੇ ਦੇ ਵਿੱਚ ਹਾਂ। ਉਸ ਦੇ ਵਿੱਚ ਦੀਪ ਸਿੱਧੂ ਆਪ ਹੈ, ਸਰਦਾਰ ਅਜਮੇਰ ਸਿੰਘ ਨੇ, ਬਾਈ ਅਮਰਦੀਪ ਸਿੰਘ ਗਿੱਲ ਨੇ, ਉਸ ਤੋਂ ਇਲਾਵਾ ਮੈਂ ਹਾਂ ਤੇ ਦੀਪ ਸਿੱਧੂ ਦਾ ਛੋਟਾ ਭਰਾ ਮਨਦੀਪ ਸਿੰਘ ਸਿੱਧੂ ਹੈ ਤੇ ਬਾਬਾ ਬਖਸ਼ੀਸ਼ ਸਿੰਘ। ਫਿਰ ਇਸ ਸਾਰੀ ਗੱਲ ਜਿਹੜੀ ਵਰਤਾਰਾ ਵਾਪਰਿਆ ਇਸ ਦਾ ਜਿਹੜਾ ਸਾਰਾ ਮੰਥਨ ਕੀਤਾ ਜਾਂਦਾ ਹੈ, ਔਰ ਮੰਥਨ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਇਹ ਕੇਵਲ ਤੇ ਕੇਵਲ ਇੱਕ ਗਲਤ ਫਹਿਮੀ ਹੋ ਗਈ ਸੀ। ਬਾਬਾ ਬਖਸ਼ੀਸ਼ ਦੇ ਕੋਲ ਉਸ ਵੇਲੇ ਆਪਣਾ ਫੋਨ ਵੀ ਨਹੀਂ ਸੀ, ਉਹ ਕੇਵਲ ਤੇ ਕੇਵਲ ਸਰਸਰੀ ਤੌਰ ਦੇ ਉੱਪਰ ਪੁਲਿਸ ਦੀ ਗੱਡੀ ਖੜੀ ਸੀ, ਜਿਹਦੇ ਕਰਕੇ ਸਾਰਿਆਂ ਨੂੰ ਇੰਜ ਲੱਗਾ ਕਿ ਸ਼ਾਇਦ ਕੋਈ ਵਿਅਕਤੀ ਜਿਹੜਾ ਗੱਡੀ 'ਚ ਬੈਠਾ ਹੈ ਤੇ ਉਹਦੇ ਫੋਨ ਤੋਂ ਜਿਹੜੀ ਹੈ ਉਹ ਲੋਕੇਸ਼ਨ ਸ਼ੇਅਰ ਹੋਈ ਹੋਵੇਗੀ। ਇਹ ਗੱਲ ਕਮਰੇ ਦੇ ਵਿੱਚ ਹੋਈ, ਕਮਰੇ ਦੇ ਵਿੱਚ ਹੀ ਖਤਮ ਹੋ ਗਈ। ਜਾਣ ਵਾਲਾ ਦੀਪ ਸਿੱਧੂ ਚਲਾ ਗਿਆ, ਕਿਹਾ ਇਹ ਗਿਆ ਸੀ ਕਿ ਇਹ ਗੱਲ ਇੱਥੇ ਹੀ ਖਤਮ ਹੈ। ਪਰ ਜਿਸ ਤਰ੍ਹਾਂ ਦੇ ਨਾਲ ਕੁਝ ਲੋਕਾਂ ਨੇ ਬੜੀ ਸਾਜ਼ਿਸ਼ੀ ਬਿੱਧ ਦੇ ਨਾਲ ਇਸ ਦਾ ਪ੍ਰਸਾਰ ਤੇ ਪ੍ਰਚਾਰ ਕੀਤਾ, ਮਜਬੂਰਨ ਜਿਹੜੀਆਂ ਗੱਲਾਂ ਕਮਰੇ ਦੇ ਵਿੱਚ ਹੋਈਆਂ ਸੀ ਉਹ ਮੈਨੂੰ ਅੱਜ ਬਾਹਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਈਆਂ, ਜਦੋਂ ਕਿ ਦੀਪ ਨੇ ਇਹ ਗੱਲ ਕਹੀ ਸੀ ਕਿ ਇਹ ਗੱਲ ਜਿਹੜੀ ਹੈ ਹੁਣ ਖਤਮ ਹੋ ਚੁੱਕੀ ਹੈ। ਉਸੇ ਵੇਲੇ ਦੋਵਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ, ਦੀਪ ਵੀ ਔਰ ਬਾਬਾ ਬਖਸ਼ੀਸ਼ ਵੀ, ਦੋਵੇਂ ਆਪਸ ਦੇ ਵਿੱਚ ਗਲੇ ਮਿਲ ਕੇ ਰੋਂਦੇ ਵੀ ਨੇ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਮਨਾਂ ਦੇ ਵਿੱਚ ਗਲਤਫਹਿਮੀ ਜਿਹੜੀ ਸੀ ਉਹ ਪੈ ਗਈ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਸ ਗੱਲ ਦੇ ਗਵਾਹ ਸਰਦਾਰ ਅਜਮੇਰ ਸਿੰਘ ਵੀ ਨੇ, ਅਮਰਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਅਮਰਦੀਪ ਬਾਈ ਕਹਿੰਦੇ ਸੀ ਉਹ ਵੀ ਨੇ, ਦੀਪ ਦੇ ਛੋਟੇ ਭਰਾ ਮਨਦੀਪ ਸਿੰਘ ਵੀ ਨੇ, ਮੈਂ ਵੀ ਹਾਂ, ਬਾਬਾ ਬਖਸ਼ੀਸ਼ ਵੀ ਹੈ। ਇੱਕ ਸਰੀਰ ਕਰਕੇ ਸਾਡੇ ਚੋਂ ਜਾ ਚੁੱਕਾ, ਪਰ ਬਾਕੀ ਸਾਰੇ ਉਸ ਗੱਲ ਦੇ ਗਵਾਹ ਨੇ ਕਿ ਇਸ ਸਾਰੀ ਘਟਨਾਕ੍ਰਮ ਦੇ ਉੱਪਰ ਅਸੀਂ ਕਿੰਨਾ ਸਮਾਂ ਲਾ ਕੇ ਸਾਰੀ ਘੋਖ ਪੜਤਾਲ ਕੀਤੀ। ਹੁਣ ਜੇਕਰ ਬਾਬਾ ਬਖਸ਼ੀਸ਼ ਸਿੰਘ ਦੇ ਉੱਪਰ ਇਸ ਤਰ੍ਹਾਂ ਦਾ ਦੀਪ ਨੂੰ ਕੋਈ ਸ਼ੱਕ ਹੁੰਦਾ ਤਾਂ ਉਹਨਾਂ ਦੇ ਸਬੰਧ ਉਸ ਵੇਲੇ ਟੁੱਟ ਜਾਣੇ ਚਾਹੀਦੇ ਸੀ, ਪਰ ਇਹਦੇ ਬਾਵਜੂਦ ਵੀ ਬਾਬਾ ਬਖਸ਼ੀਸ਼ ਸਿੰਘ ਉਹਨਾਂ ਦੇ ਨਾਲ ਦੀਪ ਦਾ ਜਿਹੜਾ ਸਬੰਧ ਸੀ ਉਸੇ ਤਰ੍ਹਾਂ ਹੀ ਰਿਹਾ। ਜਿੰਨੇ ਵੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ, ਦੀਪ ਬਾਬਾ ਬਖਸ਼ੀਸ਼ ਸਿੰਘ ਉਹਨਾਂ ਦੇ ਨਾਲ ਜਾਂਦਾ ਸੀ। ਉਹਨਾਂ ਦੀ ਬੇਟੀ ਦਾ ਵਿਆਹ ਹੋਇਆ, ਬੇਸ਼ੱਕ ਆਪ ਨਾ ਪਹੁੰਚ ਸਕਿਆ, ਉਹਨੇ ਵਿਆਹ ਦੇ ਵਾਸਤੇ ਯਥਾਯੋਗ ਮਦਦ ਤੇ ਤੋਹਫੇ ਵੀ ਭੇਜੇ। ਇਸੇ ਤਰ੍ਹਾਂ ਜਿਸ ਵੇਲੇ ਦੀਪ ਦਾ ਐਕਸੀਡੈਂਟ ਹੁੰਦਾ ਹੈ, ਘਟਨਾਕ੍ਰਮ ਦੇ ਮੌਕੇ ਦੇ ਉੱਪਰ ਵੀ ਬਾਬਾ ਬਖਸ਼ੀਸ਼ ਪਹੁੰਚਦੇ ਨੇ, ਪਰਿਵਾਰ ਦੇ ਨਾਲ ਖੜੇ ਹੁੰਦੇ ਨੇ। ਉਸ ਤੋਂ ਬਾਅਦ ਬਠਿੰਡੇ ਉਹਨਾਂ ਦੇ ਘਰ ਦੇ ਵਿੱਚ ਹੀ ਮੈਂ ਬਾਬਾ ਜੀ ਹੁਣਾਂ ਨੂੰ ਉਹਨਾਂ ਦੇ ਚਾਚਾ ਜੀ ਹੁਣਾਂ ਦੀ ਹਾਜ਼ਰੀ ਦੇ ਵਿੱਚ ਮਿਲਿਆ। ਉਸ ਤੋਂ ਬਾਅਦ ਫਤਿਹਗੜ੍ਹ ਜਿਸ ਵੇਲੇ ਦੀਪ ਦੀ ਅਰਦਾਸ ਦਾ ਸਮਾਗਮ ਚੱਲ ਰਿਹਾ ਸੀ, ਉਸ ਵੇਲੇ ਵੀ ਬਾਈ ਅਮਰਦੀਪ ਸਿੰਘ ਹੁਣਾਂ ਦੇ ਕੋਲ ਤੇ ਬਾਬਾ ਬਖਸ਼ੀਸ਼ ਸਿੰਘ ਹੁਣਾਂ ਦੇ ਕੋਲ ਸਟੇਜ ਦੇ ਉੱਪਰ ਪਹੁੰਚਣ ਵਾਲੇ ਵਿਅਕਤੀਆਂ ਦੇ ਨਾਮਕਰਨ ਦਰਜ ਕਰਨ ਦੀ ਅਹਿਮ ਜ਼ਿੰਮੇਵਾਰੀ ਸੀ। ਉਸ ਤੋਂ ਬਾਅਦ ਉਦੇਕਰਨ ਪਿੰਡ ਦੇ ਵਿੱਚ ਜਦੋਂ ਅਰਦਾਸ ਸਮਾਗਮ ਕੀਤਾ ਜਾਂਦਾ ਦੀਪ ਦੇ ਜਾਣ ਤੋਂ ਬਾਅਦ, ਤਾਂ ਉੱਥੇ ਵੀ ਬਾਬਾ ਬਖਸ਼ੀਸ਼ ਸਿੰਘ ਜਿਹੜੇ ਨੇ ਬੋਲਦੇ ਨੇ। ਸੋ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ, ਸੋ ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਬਿਨਾਂ ਆਧਾਰ ਤੋਂ ਅਸੀਂ ਇਵੇਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਲੈ ਕੇ ਆ ਰਹੇ ਹਾਂ, ਤਾਂ ਕਿਤੇ ਨਾ ਕਿਤੇ ਅਸੀਂ ਦੀਪ ਦੀ ਸੋਚ ਦੇ ਉੱਪਰ ਨਹੀਂ ਖੜੇ ਹੋਏ। ਦੀਪ ਦੇ ਵਿੱਚ ਤਾਂ ਇੰਨਾ ਸਬਰ ਸੀ, ਇੰਨਾ ਸਿਦਕ ਸੀ, ਆਪਣੇ ਨਿਸ਼ਾਨੇ ਦੇ ਪ੍ਰਤੀ ਇੰਨੀ ਦ੍ਰਿੜਤਾ ਸੀ ਕਿ ਬਹੁਤ ਸਾਰੀ ਕਹਿ ਸਕਦੇ ਹੋ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਜਾਂ ਲੈਫਟਿਸਟ ਆਈਡੀਓਲੋਜੀ ਵਾਲੇ ਲੋਕ, ਕਿੰਨੇ ਲੋਕਾਂ ਨੇ ਉਹਦੀ ਕਿੰਨੀ ਕਿਰਦਾਰਕੁਸ਼ੀ ਕੀਤੀ,
ਕਿੰਨੀ ਇਲਜ਼ਾਮ ਤਰਾਸ਼ੀ ਕੀਤੀ, ਕਿੰਨਾ ਉਹਦੇ ਉੱਪਰ ਚਿੱਕੜ ਸੁੱਟਿਆ, ਪਰ ਉਹ ਤਾਂ ਬੜੇ ਸਹਿਜ ਦੇ ਨਾਲ ਜਿਹੜਾ ਸੀਗਾ, ਸਬਰ ਦੇ ਨਾਲ ਸਾਰੀਆਂ ਗੱਲਾਂ ਨੂੰ ਸਹਿਣ ਕਰਦਾ ਰਿਹਾ, ਬਰਦਾਸ਼ਤ ਕਰਦਾ ਰਿਹਾ। ਸੋ ਮੇਰੀ ਇਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹ ਗੱਲਾਂ ਜਿਹੜੀਆਂ ਨੇ, ਜਾਂ ਤਾਂ ਕਿਸੇ ਦਾ ਨਾਮ ਲੈ ਕੇ ਗੱਲ ਕਰਦਿਆ ਕਰੋ ਤਾਂ ਸੰਬੰਧਿਤ ਵਿਅਕਤੀ ਜਿਹੜਾ ਉਹਦੇ ਪ੍ਰਤੀ ਜਿਹੜਾ ਉਹ ਉੱਤਰਦੇਹ ਹੋ ਜਾਂਦਾ ਹੈ। ਸੋ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸਾਰੀ ਕੌਮ ਦੇ ਵਿੱਚ ਸ਼ੱਕ ਪੈਦਾ ਕਰਨ ਵਾਲੇ ਜਾਂ ਸ਼ੰਕੇ ਪੈਦਾ ਕਰਨ ਵਾਲੇ ਜਦੋਂ ਮੁੱਦੇ ਚੁੱਕਦੇ ਹੋ, ਤਾਂ ਇਹਦੇ ਨਾਲ ਸੱਚ ਜਾਣਿਓ ਅਸੀਂ ਦੀਪ ਦੀ ਸੋਚ ਦੇ ਨਾਲ ਇੱਕ ਬਹੁਤ ਵੱਡਾ ਵਿਸਾਖਾਤ ਕਰ ਰਹੇ ਹਾਂ। ਪਰਮਾਤਮਾ ਸਾਨੂੰ ਕਦੀ ਮਾਫ ਨਹੀਂ ਕਰੇਗਾ ਜੇਕਰ ਅਸੀਂ ਲਾਈਕ ਤੇ ਵਿਊ ਦੀ ਖੇਡ ਦੇ ਵਿੱਚ ਉਸ ਦੀ ਵਿਚਾਰਧਾਰਾ ਦੇ ਨਾਲ, ਜਿਸ ਵਿਚਾਰਧਾਰਾ ਨੂੰ ਉਹ ਅਪਣਾਇਆ ਹੋਇਆ ਸੀ, ਤਾਂ ਜਿਹੜੀ ਸੋਚ ਲੈ ਕੇ ਉਹ ਤੁਰਿਆ ਹੋਇਆ ਸੀ, ਜੇਕਰ ਅਸੀਂ ਉਸ ਵਿਚਾਰਧਾਰਾ ਦੇ ਪ੍ਰਤੀ ਇਸ ਤਰ੍ਹਾਂ ਦੀ ਵਿਸਾਖਾਤ ਕਰਨ ਦੇ ਕਹਿ ਸਕਦੇ ਹੋ ਕਿ ਮਨਸੂਬੇ ਘੜ ਰਹੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਦੀਪ ਦੇ ਨਾਲ ਨਹੀਂ, ਸਮੁੱਚੇ ਪੰਥ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।